ਡੀਅਰ ਸਟੂਡੈਂਟਸ, ਵੈਲਕਮ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਨਾਲ ਰਿਲੇਟਡ MCQ ਕਰਾਂਗੇ। ਫਸਟ ਹੈ, ਵਿਕਾਸ ਦੇ ਸਿਧਾਂਤ ਦੀ ਜਾਣਕਾਰੀ ਕਿਸ ਲਈ ਮਹੱਤਵਪੂਰਨ ਹੈ। ਚਾਰ ਆਪਸ਼ਨ ਨੇ ਸਾਡੇ ਕੋਲ, ਅਧਿਆਪਕ ਲਈ, ਮਾਤਾ ਪਿਤਾ ਲਈ, ਪ੍ਰਬੰਧਕਾਂ ਲਈ, ਸਾਰਿਆਂ ਲਈ। ਹੁਣ ਜਿਹੜੀ ਰਾਈਟ ਆਪਸ਼ਨ ਬਣਦੀ ਹੈ ਉਹ ਹੈ ਸਾਰਿਆਂ ਲਈ, ਕਿਉਂਕਿ ਇੱਕ ਜਿਹੜਾ ਬੱਚਾ ਹੈ ਉਹ ਅਧਿਆਪਕ, ਮਾਤਾ ਪਿਤਾ ਤੇ ਪ੍ਰਬੰਧਕ ਤਿੰਨਾਂ ਦੇ ਨਾਲ ਹੀ ਸੰਬੰਧਿਤ ਹੈ। ਵਾਧਾ ਅੰਦਰੂਨੀ ਪ੍ਰਕਿਰਤੀ ਹੈ, ਮੀਨਸ ਇੱਕ ਇੰਟਰਨਲ ਪ੍ਰੋਸੈਸ ਹੈ, ਇਸ ਲਈ ਇਹਦੇ ਵਿੱਚ ਜਿਹੜੀ ਟ੍ਰੇਨਿੰਗ ਹੈ, ਸਿਖਲਾਈ ਹੈ, ਉਹ ਕਿਸ ਤਰ੍ਹਾਂ ਦੀ ਹੈ। ਫਸਟ ਹੈ ਲੋੜੀਂਦੀ ਹੈ, ਦੂਸਰਾ ਹੈ ਬਹੁਤ ਮਹੱਤਵਪੂਰਨ ਹੈ, ਤੀਸਰਾ ਹੈ ਕੋਈ ਹੱਦ ਨਹੀਂ, ਚੌਥਾ ਹੈ ਇਹਨਾਂ 'ਚੋਂ ਕੋਈ ਨਹੀਂ, ਤੀਸਰਾ ਹੈ ਕੋਈ ਹੱਦ ਨਹੀਂ। ਮੀਨਸ ਜਿੰਨੀ ਜ਼ਿਆਦਾ ਜਿਹੜੀ ਸਿਖਲਾਈ ਹੈ ਉਹ ਹੋਏਗੀ ਅਤੇ ਉਹਦੇ ਅਕੋਰਡਿੰਗ ਜਿਹੜੀ ਗਰੋਥ ਅਤੇ ਡਿਵੈਲਪਮੈਂਟ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਅਕੋਰਡਿੰਗ ਜਿਹੜੇ ਚੇਂਜਸ ਨੇ ਉਹ ਆਉਣਗੀਆਂ। ਨੈਕਸਟ ਹੈ ਜਿੱਥੇ ਵਿਕਾਸ ਰਚਨਾਤਮਕ ਅਤੇ ਕਿਰਿਆਸ਼ੀਲ ਹੈ। ਰਚਨਾਤਮਕ ਮੀਨਸ ਕ੍ਰੀਏਟਿਵ, ਕਿਰਿਆਸ਼ੀਲ ਮੀਨਸ ਐਕਟਿਵ ਹੈ। ਉੱਥੇ ਜਿਹੜਾ ਵਾਧਾ ਹੈ ਉਹ ਕਿਸ ਤਰ੍ਹਾਂ ਦਾ ਹੈ, ਕੇਵਲ ਕਿਰਿਆਸ਼ੀਲ, ਯਤਨਸ਼ੀਲ, ਗੁਣਾਤਮਕ, ਚੌਥਾ ਹੈ ਰਚਨਾਤਮਕ। ਹੁਣ ਇੱਥੇ ਗੱਲ ਕੀਤੀ ਕਿ ਜਿੱਥੇ ਜਿਹੜਾ ਵਿਕਾਸ ਰਚਨਾਤਮਕ ਹੈ, ਕ੍ਰੀਏਟਿਵ ਹੈ ਅਤੇ ਕਿਰਿਆਸ਼ੀਲ ਹੈ, ਉੱਥੇ ਵਾਧਾ ਵੀ ਰਚਨਾਤਮਕ ਹੀ ਹੋਏਗਾ। ਇਸ ਕਰਕੇ ਰਾਈਟ ਆਪਸ਼ਨ ਹੈ ਫੋਰਥ, ਰਚਨਾਤਮਕ। ਜਿੱਥੇ ਵਿਕਾਸ ਕਰਮਬੱਧ ਨਹੀਂ ਹੈ ਉੱਥੇ ਵਾਧਾ ਹੈ। ਹੁਣ ਜਿੱਥੇ ਜਿਹੜਾ ਵਿਕਾਸ ਹੈ ਉਹ ਕਰਮਬੱਧ ਨਹੀਂ ਹੈ, ਉੱਥੇ ਵਾਧਾ ਕਰਮਬੱਧ ਹੈ। ਦੂਸਰਾ ਕਦੇ ਕਰਮਬੱਧ ਨਹੀਂ, ਤੀਸਰੇ 'ਚ ਹੈ ਪਹਿਲਾ ਅਤੇ ਦੂਸਰਾ ਦੋਵੇਂ, ਚੌਥਾ ਹੈ ਨਾ ਪਹਿਲਾ ਅਤੇ ਨਾ ਹੀ ਦੂਸਰਾ। ਜਿਹੜੀ ਆਪਸ਼ਨ ਪਹਿਲੀ ਉਹ ਸਹੀ ਹੈ, ਕਰਮਬੱਧ ਮੀਨਸ ਸਿਸਟੇਮੈਟਿਕ, ਕਿਉਂਕਿ ਜਿਹੜਾ ਵਿਕਾਸ ਹੈ ਉਹ ਸਿਸਟੇਮੈਟਿਕਲੀ ਨਹੀਂ ਅਤੇ ਜਿਹੜਾ ਵਾਧਾ ਹੈ ਉਹ ਸਿਸਟੇਮੈਟਿਕਲੀ ਹੁੰਦਾ ਹੈ। ਨੈਕਸਟ ਹੈ ਮੈਸੇਲ ਦਾ ਕਹਿਣਾ ਹੈ ਕਿ ਆਪਣੇ ਅੰਦਰੂਨੀ ਪ੍ਰਤੀਰੂਪ ਅਨੁਸਾਰ ਵੱਧਦਾ ਹੈ ਅਤੇ ਵਿਵਹਾਰ ਦੀਆਂ ਮੁੱਢਲੀਆਂ ਕਿਸਮਾਂ ਨੂੰ ਸਥਾਪਿਤ ਕਰਦਾ ਹੈ। ਚਾਰ ਆਪਸ਼ਨਸ ਨੇ, ਪਾਚਨ ਪ੍ਰਣਾਲੀ ਮੀਨ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ, ਫਿਰ ਲਹੂ ਚੱਕਰ, ਦਿਮਾਗ, ਫੋਰਥ ਹੈ ਨਾੜੀ ਤੰਤਰ। ਰਾਈਟ ਆਪਸ਼ਨ ਫੋਰਥ ਹੈ ਨਾੜੀ ਤੰਤਰ। ਨਾੜੀ ਤੰਤਰ ਆਪਣੇ ਅੰਦਰੂਨੀ ਪ੍ਰਤੀਰੂਪ ਅਨੁਸਾਰ ਵੱਧਦਾ ਹੈ ਅਤੇ ਵਿਹਾਰ ਦੀਆਂ ਮੁੱਢਲੀਆਂ ਕਿਸਮਾਂ ਨੂੰ ਸਥਾਪਿਤ ਕਰਦਾ ਹੈ। ਨੈਕਸਟ ਹੈ ਡੈਸ਼, ਉਹ ਵਾਧਾ ਹੈ ਜਿਹੜਾ ਵਾਤਾਵਰਣ ਦੀਆਂ ਵਪਾਰਕ ਸਥਿਤੀਆਂ ਵਿੱਚ ਨਿਯਮਤ ਰੂਪ ਤੋਂ ਹੁੰਦਾ ਰਹਿੰਦਾ ਹੈ। ਮੀਨਜ਼ ਡੈਸ਼ ਉਹ ਕਿਹੜਾ ਵਾਧਾ ਹੈ ਜਿਹੜਾ ਕਿ ਵਾਤਾਵਰਨ ਦੀ ਜਿਹੜੇ ਵਪਾਰਕ ਸਥਿਤੀਆਂ ਨੇ ਉਹਨਾਂ ਦੇ ਵਿੱਚ ਰੈਗੂਲਰ ਰੂਪ ਤੋਂ ਹੁੰਦਾ ਰਹਿੰਦਾ ਹੈ। ਪਹਿਲਾ ਹੈ ਅੰਦਰੂਨੀ ਜਾਂ ਇੰਟਰਨਲ, ਪਰਿਪੱਕਤਾ ਮੀਨਸ ਮੈਚੋਰਿਟੀ, ਬਾਹਰੀ ਹੁੰਦਾ ਐਕਸਟਰਨਲ, ਚੌਥਾ ਹੈ ਇਹਨਾਂ ਦੇ ਵਿੱਚੋਂ ਕੋਈ ਨਹੀਂ। ਜਿਹੜੀ ਆਪਸ਼ਨ ਸਹੀ ਹੈ ਉਹ ਹੈ ਸੈਕਿੰਡ, ਪਰਿਪੱਕਤਾ ਜਾਂ ਮੈਚੋਰਿਟੀ, ਕਿਉਂਕਿ ਇਹ ਇਨਵਾਇਰਨਮੈਂਟ ਦੇ ਵਿੱਚ ਹੀ ਆਉਂਦੀ ਹੈ। ਡੈਸ਼ ਹੈ ਪਰਿਪੱਕਤਾ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਸਰੀਰਕ ਢਾਂਚੇ ਦੇ ਵਾਧੇ ਅਤੇ ਵਿਕਾਸ ਦੇ ਸਿੱਟੇ ਵਜੋਂ ਵਿਵਹਾਰ ਵਿੱਚ ਡੈਸ਼ ਹੁੰਦਾ ਹੈ। ਮੀਨ ਜਿਹੜੀ ਮੈਚੋਰੇਸ਼ਨ ਹੈ ਉਹਦੇ ਨਾਲ ਜਿਹੜਾ ਸਾਡਾ ਫਿਜ਼ੀਕਲ ਸਟਰਕਚਰ ਹੈ ਉਹਦੇ ਗਰੋਥ ਅਤੇ ਡਿਵੈਲਪਮੈਂਟ ਦੇ ਸਿੱਟੇ ਦੇ ਵਿੱਚ ਕੀ ਜਿਹੜੀਆਂ ਚੇਂਜਸ ਨੇ ਆਉਂਦੀਆਂ ਨੇ। ਪਹਿਲਾ ਹੈ ਘਾਟਾ, ਦੂਸਰਾ ਹੈ ਵਾਧਾ, ਤੀਸਰਾ ਹੈ ਸੁਧਾਰ, ਚੌਥਾ ਹੈ ਨੁਕਸਾਨ। ਤੀਸਰਾ ਸੁਧਾਰ ਮੀਨਸ ਇੰਪਰੂਵਮੈਂਟ ਆਉਂਦੀ ਹੈ। ਨੈਕਸਟ ਹੈ ਉਹਨਾਂ 'ਚੋਂ ਕਿਹੜਾ ਵਾਧੇ ਅਤੇ ਵਿਕਾਸ ਦਾ ਸਧਾਰਨ ਨਿਯਮ ਹੈ। ਚਾਰ ਸਾਨੂੰ ਆਪਸ਼ਨ ਦਿੱਤੀ ਹੋਈਆਂ। ਵਿਕਾਸ ਇੱਕ ਪ੍ਰਤੀਰੂਪ ਹੁੰਦਾ ਹੈ, ਵਿਕਾਸ ਸਧਾਰਨ ਤੋਂ ਵਿਸ਼ੇਸ਼ ਵੱਲ ਹੁੰਦਾ ਹੈ, ਵਿਕਾਸ ਵਿੱਚ ਵਿਅਕਤੀਗਤ ਭਿੰਨਤਾ ਸਥਿਰ ਨਹੀਂ ਰਹਿੰਦੀ, ਵਿਕਾਸ ਇੱਕ ਨਿਰੰਤਰ ਪ੍ਰਕਿਰਿਆ ਹੈ। ਰਾਈਟ ਆਪਸ਼ਨ ਹੈ ਇਹਦੇ ਵਿੱਚ ਵਿਕਾਸ ਵਿੱਚ ਜਿਹੜੀ ਵਿਅਕਤੀਗਤ ਭਿੰਨਤਾ ਉਹ ਸਥਿਰ ਨਹੀਂ ਰਹਿੰਦੀ। ਮੀਨਜ਼ ਜਿਹੜੀ ਡਿਵੈਲਪਮੈਂਟ ਦੀ ਅਸੀਂ ਗੱਲ ਕਰਦੇ ਹਾਂ ਉਹਦੇ 'ਚ ਜਿਹੜੇ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ ਉਹ ਵੀ ਪਰਮਾਨੈਂਟ ਨਹੀਂ ਰਹਿੰਦੇ, ਕਿਉਂਕਿ ਹਰ ਇੱਕ ਬੱਚੇ ਦੇ ਅਕੋਰਡਿੰਗ ਜਿਹੜੀ ਉਹਦੀ ਗਰੋਥ ਅਤੇ ਜਿਹੜੀ ਡਿਵੈਲਪਮੈਂਟ ਹੈ ਉਹ ਹੁੰਦੀ ਹੈ। ਨੈਕਸਟ ਹੈ ਸਰੀਰ ਦੇ ਵੱਖ ਵੱਖ ਅੰਗਾਂ ਦਾ ਵਿਕਾਸ ਡੈਸ਼ ਦਰ ਨਾਲ ਹੁੰਦਾ ਹੈ। ਹੁਣ ਜਿਹੜੇ ਸਾਡੇ ਬਾਡੀ ਪਾਰਟਸ ਨੇ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਡੈਸ਼ ਮੀਨਸ ਕਿਸ ਤਰੀਕੇ ਨਾਲ ਹੁੰਦੀ ਹੈ, ਕਿਹੜੀ ਦਰ ਆ ਉਹਦੇ ਵਿੱਚ। ਪਹਿਲਾ ਹੈ ਇੱਕ ਸਮਾਨ, ਦੂਸਰਾ ਹੈ ਕਦੇ ਸਮਾਨ ਕਦੇ ਅਸਮਾਨ, ਤੀਸਰਾ ਹੈ ਇਹਨਾਂ 'ਚੋਂ ਕੋਈ ਨਹੀਂ, ਚੌਥਾ ਹੈ ਵੱਖ ਵੱਖ। ਜਿਹੜੀ ਰਾਈਟ ਆਪਸ਼ਨ ਹੈ ਉਹ ਹੈ ਵੱਖ ਵੱਖ, ਕਿਉਂਕਿ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਬਾਡੀ ਪਾਰਟਸ ਨੇ ਉਹਨਾਂ ਦੇ ਵਿੱਚ, ਕਿਉਂਕਿ ਹਰ ਇੱਕ ਦੀ ਜਿਹੜੀ ਦਰ ਹੈ ਉਹ ਅਲੱਗ ਅਲੱਗ ਹੈ ਡਿਵੈਲਪ ਹੋਣ ਦੀ। ਨੈਕਸਟ ਹੈ ਵਿਕਾਸ ਉਪਜ ਹੈ। ਹੁਣ ਡਿਵੈਲਪਮੈਂਟ ਕਿਸ ਚੀਜ਼ ਦੀ, ਪ੍ਰੋਡਕਸ਼ਨ ਹੈ। ਪਹਿਲਾ ਹੈ ਵਿਰਸੇ ਦੀ, ਦੂਸਰਾ ਹੈ ਵਾਤਾਵਰਣ ਦੀ, ਤੀਸਰਾ ਹੈ ਵਿਰਸਾ ਅਤੇ ਵਾਤਾਵਰਣ ਦੋਵਾਂ ਦੀ, ਅਤੇ ਚੌਥਾ ਹੈ
ਕਿਸੇ ਦੀ ਵੀ ਨਹੀਂ। ਇਹਦੇ 'ਚ ਰਾਈਟ ਆਪਸ਼ਨ ਹੈ ਵਿਰਸਾ ਅਤੇ ਵਾਤਾਵਰਣ ਦੋਵਾਂ ਦੀ। ਮੀਨਜ਼ ਜਿਹੜੀ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਉਹ ਕਿਸ ਚੀਜ਼ ਦੀ ਪ੍ਰੋਡਕਟ ਹੈ, ਸਾਡਾ ਜਿਹੜਾ ਹੈਰੀਡਿਟੀ ਹੈ ਅਤੇ ਜਿਹੜਾ ਸਾਡਾ ਇਨਵਾਇਰਮੈਂਟ ਹੈ, ਇਹਨਾਂ ਦੋਵਾਂ ਦੀ। ਨੈਕਸਟ ਕੁਐਸਚਨ ਹੈ ਇਹਨਾਂ 'ਚੋਂ ਕਿਹੜੀ ਚੀਜ਼ ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿੱਚ ਸ਼ਾਮਿਲ ਹੈ। ਹੁਣ ਸਾਨੂੰ 4 ਆਪਸ਼ਨ ਦਿੱਤੀਆਂ, ਭੋਜਨ, ਖੁੱਲ੍ਹੀ ਹਵਾ ਅਤੇ ਧੁੱਪ, ਗਲੈਂਡ ਦੇ ਜਿਹੜੇ ਉਹਨਾਂ ਦਾ ਕੰਮ, ਚੌਥਾ ਇਹ ਸਾਰੇ ਹੀ। ਮੀਨਜ਼ ਇਹ ਕਿਹੜੇ ਕਿਹੜੇ ਇਫੈਕਟ ਕਰਦੇ ਨੇ, ਬਟ ਇਹ ਚਾਰੋਂ ਹੀ ਇਫੈਕਟ ਕਰਦੇ ਨੇ। ਭੋਜਨ ਵੀ ਗਰੋਥ ਅਤੇ ਡਿਵੈਲਪਮੈਂਟ ਨੂੰ ਇਫੈਕਟ ਕਰਦਾ ਹੈ, ਜੇ ਘੱਟ ਮਿਲੇਗਾ ਤਾਂ ਘੱਟ ਡਿਵੈਲਪਮੈਂਟ ਹੋਏਗੀ, ਜੇਕਰ ਪ੍ਰੋਪਰ ਮਿਲੇਗਾ ਤਾਂ ਪ੍ਰੋਪਰ ਹੋਏਗੀ। ਫਿਰ ਖੁੱਲ੍ਹੀ ਹਵਾ ਅਤੇ ਧੁੱਪ ਵੀ ਜ਼ਰੂਰੀ ਹੈ। ਜਿਹੜੇ ਸਾਡੇ ਬਾਡੀ ਦੇ ਵਿੱਚ ਗਲੈਂਡਸ ਨੇ ਉਹ ਵੀ ਜ਼ਰੂਰੀ ਨੇ, ਇਸ ਕਰਕੇ ਰਾਈਟ ਆਪਸ਼ਨ ਹੈ ਇਹ ਸਾਰੇ ਹੀ। ਨੈਕਸਟ ਹੈ ਬੁੱਧੀ ਦੀ ਨੀਵੀਂ ਪੱਧਰ ਦਾ ਕਾਰਨ। ਹੁਣ ਮੀਨਜ਼ ਜਿਹੜਾ IQ ਲੈਵਲ ਲੋ ਹੁੰਦਾ ਬੱਚੇ ਦਾ, ਉਹਦੇ ਕਿਹੜੇ ਕਿਹੜੇ ਕਾਰਨ ਨੇ। ਪਹਿਲਾ ਹੈ ਰੁਕਿਆ ਹੋਇਆ ਵਿਕਾਸ, ਦੂਸਰਾ ਹੈ ਤੇਜ਼ ਵਿਕਾਸ, ਤੀਸਰਾ ਧੀਮਾ ਵਿਕਾਸ, ਚੌਥਾ ਇਹਨਾਂ ਦੇ ਵਿੱਚੋਂ ਕੋਈ ਨਹੀਂ। ਹੁਣ IQ ਲੈਵਲ ਦਾ ਜਿਹੜਾ ਘੱਟ ਹੋਣ ਦਾ, ਲੈਵਲ ਲੋ ਹੋਣ ਦਾ ਪਹਿਲਾ ਕਾਰਨ ਹੈ ਕਿ ਰੁਕਿਆ ਹੋਇਆ ਵਿਕਾਸ। ਜਦੋਂ ਬੱਚੇ ਦਾ ਵਿਕਾਸ ਨਹੀਂ ਹੁੰਦਾ ਤਾਂ ਆਟੋਮੈਟਿਕਲੀ ਉਹਦੀ ਜਿਹੜਾ IQ ਲੈਵਲ ਹੈ ਬੱਚੇ ਦਾ ਉਹ ਡਾਊਨ ਜਾਏਗਾ। ਨੈਕਸਟ ਹੈ ਵਾਧੇ ਤੋਂ ਭਾਵ ਹੈ, ਮੀਨਜ਼ ਗਰੋਥ ਤੋਂ ਕੀ ਭਾਵ ਹੈ, ਕੱਦ ਦਾ ਵਧਣਾ, ਭਾਰ ਦਾ ਵਧਣਾ, ਆਕਾਰ ਦਾ ਵਧਣਾ। ਇਹ ਤਿੰਨੋਂ ਹੀ ਆਪਸ਼ਨ ਸਹੀ ਨੇ, ਇਸ ਕਰਕੇ 4th ਆਪਸ਼ਨ ਇਜ਼ ਰਾਈਟ। ਕਿਹੜੇ ਮਨੋਵਿਗਿਆਨੀ ਨੇ ਵਾਧੇ ਨੂੰ ਅੰਦਰੂਨੀ ਪ੍ਰਕਿਰਿਆ ਆਖਿਆ ਹੈ। ਗੈਸਲ ਨੇ। ਗੈਸਲ ਜਿਹੜਾ ਸਾਈਕੋਲੋਜਿਸਟ ਉਹਨੇ ਇਹ ਕਿਹਾ ਕਿ ਜਿਹੜਾ ਵਾਧਾ ਹੈ ਉਹ ਇੱਕ ਇੰਟਰਨਲ ਪ੍ਰੋਸੈਸ ਹੈ। ਨੈਕਸਟ ਹੈ ਵਿਕਾਸ ਪਰਿਵਰਤਨਾਂ ਦੀ ਉਹ ਲੜੀ ਹੈ ਜਿਸ ਵਿੱਚੋਂ ਜੀਵ ਭਰੂਣ ਅਵਸਥਾ ਤੋਂ ਪਰਿਪੱਕਤਾ ਦੀ ਅਵਸਥਾ ਤੱਕ ਵੱਧਦੇ ਸਮਾਂ ਗੁਜ਼ਾਰਦਾ ਹੈ। ਇਸ ਕਥਨ ਦਾ ਕਥਨਾਕਾਰ ਕੌਣ ਹੈ। ਮੀਨਜ਼ ਇਹ ਜਿਹੜੀ ਡੈਫੀਨੇਸ਼ਨ ਹੈ ਉਹ ਕਿਹਨੇ ਕਹੀ ਹੈ, ਇਹ ਹੈ ਵੈਬਸਟਰ ਸ਼ਬਦਕੋਸ਼ ਦੇ ਵਿੱਚ ਇਹ ਲਿਖਿਆ ਗਿਆ। ਬੱਚੇ ਇਹਦੇ 'ਚ ਮੈਂ ਆਪਸ਼ਨ ਤੁਹਾਨੂੰ ਤਾਂ ਨਹੀਂ ਬੋਲ ਰਹੀ ਕਿਉਂਕਿ ਜਿਹੜੀ ਡੈਫੀਨੇਸ਼ਨ ਹੈ ਉਹ ਪਰਟੀਕੂਲਰ ਇੱਕ ਵਿਅਕਤੀ ਦੀ ਹੁੰਦੀ ਹੈ, ਇਸ ਕਰਕੇ ਇਹਦੇ ਵਿੱਚ ਕੋਈ ਕੰਪੈਰੀਜ਼ਨ ਕਿਸੇ ਵੀ ਤਰ੍ਹਾਂ ਦਾ ਨਹੀਂ ਆਉਂਦਾ। ਨੈਕਸਟ ਹੈ ਵਿਕਾਸ ਦੇ ਪ੍ਰਮੁੱਖ ਚਿੰਨ੍ਹਾਂ ਵਿੱਚ ਸ਼ਾਮਿਲ ਹੈ। ਪਹਿਲਾ ਹੈ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਾਧੇ ਕਾਰਨ ਸਰੀਰਕ ਆਕਾਰ ਵਿੱਚ ਤਬਦੀਲੀਆਂ, ਪੁਰਾਣੇ ਲੱਛਣਾਂ ਦਾ ਖਾਤਮਾ ਅਤੇ ਨਵਿਆਂ ਦੀ ਉਪਜ, ਸਮਾਂ ਬੀਤਣ ਨਾਲ ਵਿਅਕਤੀ ਸਿੱਖਦਾ ਹੈ ਅਤੇ ਪਰਿਪੱਕ ਹੁੰਦਾ ਹੈ। ਆਨਸਰ ਚੌਥਾ ਹੈ ਉਪਰੋਕਤ ਸਾਰੇ ਹੀ। ਇਹ ਰਾਈਟ ਆਪਸ਼ਨ ਹੈ ਕਿਉਂਕਿ ਵਿਕਾਸ ਦੇ ਵਿੱਚ ਜਿਹੜੇ ਸੀ ਡਿਵੈਲਪਮੈਂਟ ਦੇ ਵਿੱਚ ਮੁੱਖ ਅਸੀਂ ਚਿੰਨ੍ਹ ਦੇਖਦੇ ਹਾਂ, ਸਿੰਬਲਸ ਦੇਖਦੇ ਹਾਂ, ਸਾਰੇ ਹੀ ਸ਼ਾਮਿਲ ਹੁੰਦੇ ਆ। ਨੈਕਸਟ ਹੈ ਬੱਚੇ ਦਾ ਵਿਕਾਸ ਕਿਹੜੇ ਪੱਖ ਤੋਂ ਹੋ ਸਕਦਾ ਹੈ। ਸਰੀਰਕ ਅਤੇ ਬੌਧਿਕ ਪੱਖੋਂ, ਗਿਆਨਾਤਮਕ ਪੱਖੋਂ, ਸੰਵੇਗਾਤਮਕ ਪੱਖੋਂ, ਸਮਾਜਿਕ ਅਤੇ ਨੈਤਿਕ ਪੱਖੋਂ। ਪੰਜਵੀਂ ਆਪਸ਼ਨ ਹੈ ਉਪਰੋਕਤ ਸਾਰੇ ਪੱਖਾਂ ਤੋਂ। ਕਿਉਂਕਿ ਅਸੀਂ ਬੱਚੇ ਦੇ ਵਿਕਾਸ ਦੇ ਵਿੱਚ ਗੱਲ ਕਰਦੇ ਹਾਂ ਕਿ ਬੱਚੇ ਦੀ ਫਿਜ਼ੀਕਲ, ਇੰਟੈਲੈਕਚੁਅਲ, ਉਹਦੀ ਕੋਗਨੀਟਿਵ, ਇਮੋਸ਼ਨਲ, ਸੋਸ਼ਲ ਅਤੇ ਮੋਰਲ ਸਾਰੇ ਹੀ ਤਰ੍ਹਾਂ ਦਾ ਜਿਹੜੀ ਡਿਵੈਲਪਮੈਂਟ ਹੈ ਬੱਚੇ ਦੀ ਹੁੰਦੀ ਹੈ, ਇਸ ਕਰਕੇ ਰਾਈਟ ਆਪਸ਼ਨ ਹੈ 5th ਉਪਰੋਕਤ ਸਾਰੇ ਪੱਖਾਂ ਤੋਂ। ਨੈਕਸਟ ਹੈ ਵਿਕਾਸ ਦਾ ਅਰਥ ਹੈ। ਡਿਵੈਲਪਮੈਂਟ ਦਾ ਕੀ ਅਰਥ ਹੈ। ਪਰਿਮਾਣਾਤਮਕ ਪਰਿਵਰਤਨ, ਗੁਣਾਤਮਕ ਪਰਿਵਰਤਨ, ਪਰਿਮਾਣਾਤਮਕ ਅਤੇ ਗੁਣਾਤਮਕ ਦੋਵੇਂ ਤਰ੍ਹਾਂ ਦੇ ਪਰਿਵਰਤਨ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਰਾਈਟ ਆਪਸ਼ਨ 3rd ਹੈ ਕਿਉਂਕਿ ਇਹਦੇ ਵਿੱਚ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ ਚੇਂਜਸ ਕਾਊਂਟ ਹੁੰਦੀਆਂ ਨੇ ਡਿਵੈਲਪਮੈਂਟ ਦੇ ਵਿੱਚ। ਨੈਕਸਟ ਹੈ ਵਿਕਾਸ ਕਿਹੋ ਜਿਹੀ ਪ੍ਰਕਿਰਿਆ ਹੈ। ਪਹਿਲੀ ਆਪਸ਼ਨ ਹੈ ਬਾਲ ਅਵਸਥਾ ਵਿੱਚ ਹੋਣ ਵਾਲੀ, ਨੈਕਸਟ ਆਪਸ਼ਨ ਹੈ ਸ਼ਿਸ਼ੂ ਅਵਸਥਾ ਵਿੱਚ ਹੋਣ ਵਾਲੀ, ਬਾਲਗ ਅਵਸਥਾ ਵਿੱਚ ਵਾਪਰਨ ਵਾਲੀ, 4th ਹੈ ਨਿਰੰਤਰ ਅਤੇ ਜੀਵਨ ਭਰ ਚੱਲਣ ਵਾਲੀ। ਹੁਣ ਵਿਕਾਸ ਇੱਕ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਹੜਾ ਕਿ ਨਿਰੰਤਰ ਅਤੇ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ। ਵਿਕਾਸ ਉਪਜ ਹੈ ਵਿਰਾਸਤ ਦੀ, ਵਾਤਾਵਰਨ ਦੀ, ਵਿਰਾਸਤ ਅਤੇ ਵਾਤਾਵਰਨ ਦੀ, ਇਹਨਾਂ 'ਚੋਂ ਕੋਈ ਨਹੀਂ। ਹੁਣ ਵਿਕਾਸ ਕਿਸ ਚੀਜ਼ ਦੀ ਉਪਜ ਹੈ, ਸਾਡੇ ਹੈਰੀਡਿਟੀ ਅਤੇ ਇਨਵਾਇਰਮੈਂਟ ਦੀ। ਵਿਕਾਸ ਹੁੰਦਾ ਹੈ ਕਿਸ ਤਰ੍ਹਾਂ ਦਾ, ਸਰੀਰਕ, ਮਾਨਸਿਕ, ਭਾਵਾਤਮਕ, ਇਹ ਸਾਰੇ ਹੀ। ਰਾਈਟ ਆਪਸ਼ਨ ਹੈ 4th ਇਹ ਸਾਰੇ ਹੀ। ਵਾਧਾ ਪ੍ਰਾਣੀ ਦੇ ਡੈਸ਼ ਵਾਪਰਦਾ ਹੈ, ਅੰਦਰ, ਬਾਹਰ, ਕਿਧਰੇ ਵੀ ਨਹੀਂ, ਅੰਦਰ ਅਤੇ ਬਾਹਰ। ਰਾਈਟ ਆਪਸ਼ਨ ਹੈ A ਅੰਦਰ, ਕਿਉਂਕਿ ਅਸੀਂ ਪਹਿਲਾਂ ਹੀ ਪੜ੍ਹਿਆ ਸੀ ਕਿ ਇਹ ਇੱਕ ਇੰਟਰਨਲ ਪ੍ਰੋਸੈਸ ਹੈ ਅਕੋਰਡਿੰਗ ਟੂ ਗੈਸਲ। ਵਾਧੇ ਦਾ ਸੰਬੰਧ ਹੈ ਪਰਿਪੱਕਤਾ ਨਾਲ, ਉਮਰ ਨਾਲ, ਕਿਸੇ ਨਾਲ ਵੀ ਨਹੀਂ, ਪਰਿਪੱਕਤਾ ਅਤੇ ਉਮਰ ਨਾਲ। ਹੁਣ ਜਿਹੜਾ ਵਾਧੇ ਦਾ ਸੰਬੰਧ ਹੈ ਉਹ ਮੈਚਿਓਰਿਟੀ ਅਤੇ ਏਜ ਦੋਵਾਂ ਦੇ ਨਾਲ ਹੈ। ਨੈਕਸਟ ਹੈ ਸ਼ਿਸ਼ੂ ਅਵਸਥਾ ਵਿੱਚ ਸਰੀਰਕ ਵਾਧਾ ਦਰ
ਜਿਸ ਪੜਾਅ 'ਤੇ ਵੱਧ ਹੁੰਦੀ ਹੈ, ਮੀਨਜ਼ ਕਿਸ ਲੈਵਲ 'ਤੇ ਜ਼ਿਆਦਾ ਹੁੰਦੀ ਹੈ। ਪਹਿਲਾ ਹੈ ਬਾਲ ਅਵਸਥਾ, ਕਿਸ਼ੋਰ ਅਵਸਥਾ, ਪ੍ਰੌੜ ਅਵਸਥਾ। ਇਹ ਸਾਰੀਆਂ ਅਵਸਥਾਵਾਂ ਮੀਨਜ਼ ਇਹ ਤਾਂ ਤੁਸੀਂ ਬੱਚੇ ਕੁਐਸਚਨ ਧਿਆਨ ਨਾਲ ਸੁਣਨਾ। ਦੇਖੋ, ਸ਼ਿਸ਼ੂ ਅਵਸਥਾ ਵਿੱਚ ਜਿਹੜਾ ਸਰੀਰਕ ਵਾਧਾ ਦਰ ਹੈ ਉਹ ਜਿਸ ਪੜਾਅ ਦੇ ਮੁਕਾਬਲੇ ਵਿੱਚ ਵੱਧ ਹੁੰਦੀ ਹੈ। ਸਾਡੇ ਕੋਲ 3 ਪੜਾਅ ਦਿੱਤੇ ਹੋਏ ਨੇ, ਇਹਨਾਂ 'ਚੋਂ ਕਿਹੜੇ ਪੜਾਅ ਦੇ ਅਕੋਰਡਿੰਗ ਜ਼ਿਆਦਾ ਹੁੰਦੀ ਹੈ। ਹੁਣ ਜਿਹੜੀ ਸ਼ਿਸ਼ੂ ਅਵਸਥਾ ਦੇ ਵਿੱਚ ਗਰੋਥ ਹੈ ਉਹ ਸਾਰਿਆਂ ਨਾਲੋਂ ਜ਼ਿਆਦਾ ਹੁੰਦੀ ਹੈ, ਬਾਲ ਅਵਸਥਾ ਨਾਲੋਂ ਵੀ ਜ਼ਿਆਦਾ ਹੁੰਦੀ ਹੈ, ਕਿਸ਼ੋਰ ਅਵਸਥਾ ਨਾਲੋਂ ਵੀ, ਅਤੇ ਜਿਹੜੀ ਪ੍ਰੌੜ ਅਵਸਥਾ ਮੀਨਜ਼ ਜਦੋਂ ਬੁਢਾਪੇ ਵੱਲ ਨੂੰ ਬੰਦਾ ਪਹੁੰਚਣ ਲੱਗਦਾ। ਆਨਸਰ 4th ਸਹੀ ਹੈ ਇਹਨਾਂ ਸਾਰੀਆਂ ਅਵਸਥਾਵਾਂ ਨਾਲੋਂ। ਮੀਨਜ਼ ਇਹ ਜਿਹੜੇ ਤਿੰਨੋਂ ਅਵਸਥਾਵਾਂ ਨੇ ਇਹਨਾਂ ਵਿੱਚ ਗਰੋਥ ਘਟ ਜਾਂਦੀ ਹੈ। ਜਿਹੜੀ ਸ਼ਿਸ਼ੂ ਸਟੇਜ ਹੈ ਮੀਨਜ਼ ਅਰਲੀ ਚਾਈਲਡਹੁੱਡ ਵਾਲੀ ਹੈ, ਜਦੋਂ ਬੱਚਾ ਬਿਲਕੁਲ ਛੋਟਾ ਹੁੰਦਾ, ਨਵਜਾਤ ਸ਼ਿਸ਼ੂ ਹੁੰਦਾ, ਉਦੋਂ ਜਿਹੜੀ ਉਹਦੀ ਗਰੋਥ ਹੈ ਉਹ ਫਿਜ਼ੀਕਲੀ ਜ਼ਿਆਦਾ ਹੋ ਰਹੀ ਹੁੰਦੀ ਹੈ ਇਹਨਾਂ ਬਾਕੀ ਸਟੇਜਸ ਦੇ ਕੰਪੈਰੇਟਿਵ। ਸਰੀਰ ਦੇ ਹਰ ਭਾਗ ਵਿੱਚ ਵਾਧਾ ਹੋਰ ਭਾਗਾਂ ਦੇ ਮੀਨਜ਼ ਡੈਸ਼ ਹੁੰਦਾ ਹੈ, ਤੋਂ ਸਵਾਧੀਨ, ਦੇ ਅਧੀਨ, ਵਰਗਾਹੀ, ਇਹਨਾਂ 'ਚੋਂ ਕੋਈ ਨਹੀਂ। ਹੁਣ ਸਰੀਰ ਦੇ ਹਰ ਭਾਗ ਵਿੱਚ ਵਾਧਾ ਹੋਰ ਭਾਗਾਂ ਤੋਂ ਸਵਾਧੀਨ ਮੀਨਜ਼ ਜਿਵੇਂ ਆਪਾਂ ਕਹਿੰਦੇ ਵੀ ਉਹਦੇ ਅੰਡਰ ਹੁੰਦਾ ਹੈ। ਸਾਰੇ ਜਿਹੜੇ ਪਾਰਟ ਨੇ ਸਰੀਰ ਦੇ ਉਹ ਇੱਕ ਦੂਸਰੇ ਤੋਂ ਇੰਡੀਪੈਂਡੈਂਟਲੀ, ਜਿਵੇਂ ਹੁਣ ਬਾਹਾਂ ਨੇ ਦੋਨੇ ਇਕੱਠੀਆਂ ਗਰੋ ਕਰਨਗੀਆਂ, ਲੈਗਸ ਨੇ ਉਹਨਾਂ ਦੀ ਹਾਈਟ ਇੱਕੋ ਤਰੀਕੇ ਨਾਲ ਵਧੇਗੀ। ਨੈਕਸਟ ਹੈ ਵਿਕਾਸ ਦਾ ਕਿਹੜਾ ਪੱਖ ਅੰਤਰ ਸੰਬੰਧਿਤ ਹੈ। ਸਰੀਰਕ ਤੇ ਮਾਨਸਿਕ, ਸਰੀਰਕ ਤੇ ਭਾਵਾਤਮਕ, ਸਰੀਰਕ ਮਾਨਸਿਕ ਤੇ ਭਾਵਾਤਮਕ, ਭਾਵਾਤਮਕ ਤੇ ਮਾਨਸਿਕ। ਹੁਣ ਅੰਤਰ ਸੰਬੰਧਿਤ ਕਿਹੜੇ ਨੇ ਇਹਨਾਂ ਦੇ ਵਿੱਚੋਂ? ਸਰੀਰਕ ਮੀਨਜ਼ ਫਿਜ਼ੀਕਲ, ਮੈਂਟਲ ਤੇ ਇਮੋਸ਼ਨਲ। ਮੀਨਜ਼ ਇਹ ਤਿੰਨੇ ਹੀ ਆਪਸ ਦੇ ਵਿੱਚ ਇੰਟਰ ਰਿਲੇਟਡ ਨੇ, ਕਿਉਂਕਿ ਸਰੀਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਹੀ ਸਾਡੀ ਜਿਹੜੀ ਮਾਨਸਿਕ ਆਸਪੈਕਟ ਆਏਗਾ ਸਾਡਾ, ਤੇ ਉਹਦੇ ਨਾਲ ਨਾਲ ਸਾਡਾ ਜਿਹੜਾ ਇਮੋਸ਼ਨਲ ਆਸਪੈਕਟ ਆ ਉਹਦੇ ਵਿੱਚ ਸ਼ਾਮਿਲ। ਨੈਕਸਟ ਕੁਐਸਚਨ ਹੈ ਵਿਕਾਸ ਬਾਰੇ ਭਵਿੱਖਬਾਣੀ। ਆਪਸ਼ਨ ਨੇ ਨਹੀਂ ਕੀਤੀ ਜਾ ਸਕਦੀ, ਕੀਤੀ ਜਾ ਸਕਦੀ ਹੈ, ਨਹੀਂ ਵੀ ਤੇ ਹਾਂ ਵੀ, ਤੇ ਪਤਾ ਨਹੀਂ। ਅਸੀਂ ਕਿਸੇ ਬੱਚੇ ਜਿਹੜਾ ਵਿਕਾਸ ਹੈ ਉਹਦੇ ਬਾਰੇ ਅਸੀਂ ਭਵਿੱਖਬਾਣੀ ਕਰ ਸਕਦੇ ਹਾਂ ਕਿ ਇਹ ਬੱਚੇ ਦੀ ਜਿਹੜੀ ਡਿਵੈਲਪਮੈਂਟ ਕਿੰਨੀ ਹੋ ਰਹੀ ਹੈ ਤੇ ਇਹ ਕੀ ਕੰਮ ਕਰ ਸਕਦਾ ਹੈ। ਹੁਣ ਅਸੀਂ ਬੱਚੇ ਜਿਹੜੀ ਫਿਜ਼ੀਕ ਹੈ ਜਾਂ ਉਹਦੇ ਕੰਮ ਤੋਂ ਦੇਖ ਕੇ ਇਹ ਕਹਿ ਸਕਦੇ ਹਾਂ ਕਿ ਇਹ ਬੱਚਾ ਪਲੇਅਰ ਬਣ ਸਕਦਾ, ਕੋਈ ਐਥਲੀਟ ਬਣ ਸਕਦਾ, ਜਾਂ ਕਿਸੇ ਸਪੋਰਟਸ ਦੇ ਵਿੱਚ ਜਾਂ ਕਿਸੇ ਹੋਰ ਫੀਲਡ ਦੇ ਵਿੱਚ ਕਿਸ ਤਰੀਕੇ ਨਾਲ ਇਹ ਜਾ ਸਕਦਾ ਹੈ। ਨੈਕਸਟ ਹੈ ਬੱਚੇ ਦੀ ਬੁੱਧੀ ਦੀ ਨੀਵੀਂ ਪੱਧਰ ਕਿਸ ਕਾਰਨ ਹੁੰਦੀ ਹੈ। ਪਹਿਲਾਂ ਵੀ ਅਸੀਂ ਕੁਐਸਚਨ ਕਰ ਲਿਆ ਸੀ, ਸਿਰਫ ਇਕੱਲਾ ਆਨਸਰ ਹੀ ਦੱਸਾਂਗੀ, ਰੁਕੇ ਹੋਏ ਵਿਕਾਸ ਦੇ ਕਾਰਨ। ਵਾਧੇ ਤੇ ਵਿਕਾਸ ਦੇ ਨਿਯਮਾਂ ਦੇ ਪ੍ਰਕਾਸ਼ ਵਿੱਚ ਅਧਿਆਪਕ, ਸਿੱਖਿਆ ਮਾਹਿਰ ਪਾਠਕ੍ਰਮ ਨੂੰ ਵਧੇਰੇ ਕਰ ਸਕਦੇ ਹਨ। ਮੀਨਜ਼ ਕਿਸ ਤਰੀਕੇ ਦਾ ਕਰ ਸਕਦੇ ਨੇ? ਯੋਜਨਾਬੱਧ, ਤੇਜ਼, ਹੌਲੀ, ਇਹਨਾਂ ਦੇ ਵਿੱਚ ਕੋਈ ਵੀ ਨਹੀਂ। ਫਸਟ ਆਏਗਾ ਯੋਜਨਾਬੱਧ ਮੀਨਜ਼ ਪਲੈਨਡ। ਜਿਹੜੇ ਹੁਣ ਵਾਧੇ ਤੇ ਵਿਕਾਸ ਦੇ ਨਿਯਮ ਦਿੱਤੇ ਹੁੰਦੇ ਨੇ, ਰੂਲ ਦਿੱਤੇ ਹੁੰਦੇ, ਉਹਨਾਂ ਦੇ ਪ੍ਰਕਾਸ਼ ਦੇ ਵਿੱਚ ਮੀਨਜ਼ ਜਿਵੇਂ ਅਸੀਂ ਕਹਿੰਦੇ ਵੀ ਇਹਦੇ ਉੱਪਰ ਤੁਸੀਂ ਰੌਸ਼ਨੀ ਪਾਓ। ਤੁਸੀਂ ਕਈ ਵਾਰੀ ਕੁਐਸਚਨ ਵੀ ਪੜ੍ਹਿਆ ਹੋਏਗਾ, ਠੀਕ ਹੈ ਜੀ। ਉਹਦੇ ਅਕੋਰਡਿੰਗ ਵੀ ਜਿਹੜੇ ਅਧਿਆਪਕ ਨੇ ਤੇ ਸਿੱਖਿਆ ਮਾਹਿਰ ਨੇ ਉਹ ਕਰਿਕੂਲਮ ਨੂੰ ਕਿਸ ਤਰੀਕੇ ਦਾ ਬਣਾ ਸਕਦੇ ਨੇ? ਪਲੈਨਡ। ਨੈਕਸਟ ਹੈ ਸ਼ਿਸ਼ੂ ਅਵਸਥਾ ਦੀ ਕਿਹੜੀ ਉਮਰ ਮੰਨੀ ਗਈ ਹੈ। ਸ਼ਿਸ਼ੂ ਅਵਸਥਾ 1 ਤੋਂ 3 ਸਾਲ, ਜਿਹਦੇ ਵਿੱਚ ਜਿਹੜਾ ਬੱਚਾ ਹੈ ਉਹਦੀ ਜਿਹੜੀ ਗਰੋਥ ਜ਼ਿਆਦਾ ਹੁੰਦੀ ਹੈ। ਨੈਕਸਟ ਕੁਐਸਚਨ ਇਜ਼ ਡਾਕਟਰ ਹਰਨੇਕ ਨੇ ਸ਼ਿਸ਼ੂ ਅਵਸਥਾ ਨੂੰ ਕੀ ਆਖਿਆ ਹੈ। ਮੁੱਢਲਾ ਕਾਲ, ਵਿਚਕਾਰਲਾ ਕਾਲ, ਤੀਸਰੀ ਆਪਸ਼ਨ ਹੈ ਖਤਰਨਾਕ ਕਾਲ, ਚੌਥੀ ਹੈ ਸਧਾਰਨ ਕਾਲ। ਡਾਕਟਰ ਹਰਨੇਕ ਨੇ ਸ਼ਿਸ਼ੂ ਅਵਸਥਾ ਨੂੰ ਕਿਹਾ ਖਤਰਨਾਕ ਕਾਲ, ਕਿਉਂਕਿ ਇਹ 'ਚ ਜਿਹੜੇ ਬੱਚੇ ਦੀ ਜੇ ਤਾਂ ਗਰੋਥ ਡਿਵੈਲਪਮੈਂਟ ਹੋ ਰਹੀ ਹੈ ਤਾਂ ਬੱਚਾ ਵਧੀਆ ਹਾਈਟ ਵੇਟ ਵਾਲਾ ਹੋਏਗਾ, ਉਹਦੀ ਜਿਹੜੀ ਮੈਂਟਲ ਡਿਵੈਲਪਮੈਂਟ ਆ ਉਹ ਵੀ ਅੱਛੀ ਹੋਏਗੀ। ਬਟ ਜੇਕਰ ਅਸੀਂ ਉਹਦਾ ਕੇਅਰ ਨਹੀਂ ਕਰ ਰਹੇ, ਕਿਸੇ ਤਰੀਕੇ ਨਾਲ ਅਸੀਂ ਉਹਦਾ ਜਿਹੜਾ ਭੋਜਨ ਆ ਉਹਨੂੰ ਸਹੀ ਤਰੀਕੇ ਨਾਲ ਨਹੀਂ ਪ੍ਰੋਵਾਈਡ ਕਰ ਰਹੇ, ਤਾਂ ਇਹ ਬੱਚੇ ਦੇ ਲਈ ਇੱਕ ਖਤਰਨਾਕ ਕਾਲ ਸਿੱਧ ਹੋ ਸਕਦਾ। ਇਸ ਕਰਕੇ ਇਹਨੂੰ ਕੀ ਕਿਹਾ ਗਿਆ ਕਿ ਇਹ ਇੱਕ ਖਤਰਨਾਕ ਕਾਲ। ਨੈਕਸਟ ਹੈ ਸ਼ਿਸ਼ੂ ਕਾਲ ਨੂੰ ਡਾਕਟਰ ਹਰਨੇਕ ਇੱਕ ਹੋਰ ਨਾਂ ਦਿੰਦਾ ਹੈ, ਕੀ ਕਿਹਾ? ਅਪੀਲੀ ਕਾਲ, ਸੰਜੀਦਾ ਕਾਲ, ਆਪੱਤੀ ਕਾਲ। ਰਾਈਟ ਆਪਸ਼ਨ ਹੈ ਮੁੱਢਲਾ ਕਾਲ ਮੀਨਜ਼ ਸਟਾਰਟਿੰਗ ਵਾਲਾ ਟਾਈਮ ਪੀਰੀਅਡ। ਬਾਲ ਅਵਸਥਾ ਦੀ ਕਿਹੜੀ ਉਮਰ ਮਿਣੀ ਗਈ ਹੈ। ਮੀਨਜ਼ ਕਿਹੜੇ ਨੂੰ ਅਸੀਂ ਕਹਿ ਸਕਦੇ ਕਿ ਬਾਲ ਅਵਸਥਾ ਚੱਲ ਰਹੀ ਹੈ। 3 ਤੋਂ 12 ਸਾਲ ਤੱਕ ਦੀ ਜਿਹੜੀ ਉਮਰ ਆ ਉਹਨੂੰ ਅਸੀਂ ਜਿਹੜੀ ਚਾਈਲਡਹੁੱਡ ਸਟੇਜ ਆ ਉਹ ਅਸੀਂ ਕਹਿੰਦੇ ਹਾਂ। ਨੈਕਸਟ ਹੈ ਮੁੱਢਲੀ ਬਾਲ ਅਵਸਥਾ ਦਾ ਸਮਾਂ ਕੀ ਹੁੰਦਾ ਹੈ। ਜਿਹੜੀ ਮੁੱਢਲੀ ਬਾਲ ਅਵਸਥਾ ਉਹ ਹੈ 3 ਤੋਂ 4 ਸਾਲ, ਮੀਨਜ਼ ਜਦੋਂ ਬੱਚਾ ਹਲੇ ਸਕੂਲ ਜਾਣਾ ਸਟਾਰਟ ਨਹੀਂ ਕਰਦਾ, ਉਹ ਹੁੰਦੀ ਹੈ ਉਹਦੀ ਮੁੱਢਲੀ ਬਾਲ ਅਵਸਥਾ। ਨੈਕਸਟ ਹੈ ਪਿਛਲੀ ਬਾਲ ਅਵਸਥਾ ਦਾ
ਕੀ ਸਮਾਂ ਹੁੰਦਾ ਹੈ? 6 ਤੋਂ 12, 5 ਤੋਂ 12, 7 ਤੋਂ 12, 5 ਤੋਂ 11। ਜਿਹੜੀ ਪਿਛਲੀ ਬਾਲ ਅਵਸਥਾ ਉਹ ਹੈ 6 ਤੋਂ 12 ਸਾਲ ਤੱਕ ਦੀ ਉਮਰ ਹੁੰਦੀ ਹੈ ਬੱਚੇ ਦੀ। ਮੁੱਢਲੀ ਕਿਸ਼ੋਰ ਅਵਸਥਾ ਦਾ ਸਮਾਂ ਹੁੰਦਾ ਹੈ 12 ਤੋਂ 16, 11 ਤੋਂ 15, 12 ਤੋਂ 15, 13 ਤੋਂ 16। ਰਾਈਟ ਆਪਸ਼ਨ ਹੈ 12 ਤੋਂ 15 ਸਾਲ। ਇਹ ਬੱਚੇ ਜਿਹੜੀ ਮੁੱਢਲੀ ਕਿਸ਼ੋਰ ਅਵਸਥਾ ਮੀਨਸ ਜਿਹੜਾ ਅਡੋਲਸੈਂਟ ਪੀਰੀਅਡ ਹੈ ਉਹ ਸਟਾਰਟਿੰਗ ਵਾਲਾ ਉਹ 12 ਤੋਂ 15 ਸਾਲ ਤੱਕ ਦਾ ਹੁੰਦਾ ਹੈ। ਨੈਕਸਟ ਹੈ ਪਿਛਲੀ ਕਿਸ਼ੋਰ ਅਵਸਥਾ ਦਾ ਸਮਾਂ। ਆਪਸ਼ਨਸ ਨੇ 13 ਤੋਂ 16, 15 ਤੋਂ 18, 14 ਤੋਂ 17, 13 ਤੋਂ 17। ਰਾਈਟ ਆਪਸ਼ਨ ਹੈ 15 ਤੋਂ 18 ਸਾਲ। ਡੀਅਰ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ MCQ। ਥੈਂਕਸ ਫॉर ਵਾਚਿੰਗ।